ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤੰਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੋ ਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਵਾਹਿਗੁਰੂ ਸਾਹਿਬ ਜੀ। ਮਹਿਲਾ ਪਹਿਲਾ। ਰਾਤੀ ਹੋਵਨ ਕਾਲੀਆਂ, ਸੁਪੇਦਾਂ ਸੇਵਨ। ਦੇਹ ਬੱਗਾ ਤਪੈ ਘਣਾ, ਕਾਲਿਆਂ ਕਾਲੇ ਵਨ। ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ। ਨਾਨਕ ਨਦਰੀ ਬਾਹਰੇ, ਕਬਹਿ ਨ ਪਾਵੈ ਮਾਨ। ਨਾਨਕ ਨਦਰੀ ਬਾਹਰੇ, ਕਬਹਿ ਨ ਪਾਵੈ ਮਾਨ। ਜੁਗ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਅੰਮ੍ਰਿਤ ਕੇ ਦਾਤੇ, ਹਲਤ ਪਲਤ ਸਵਾਰ ਦੇਣ ਹਰ ਸਤਿਗੁਰੂ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਚਰਨ ਸ਼ਰਨ ਵਿੱਚ ਸੁਸ਼ੋਭਿਤ ਹੋ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਦੇ ਨਾਲ ਆਪਾਂ ਨੂੰ ਇਸ ਸੁਭਾਗ ਸਮਾਂ ਸਤਿਗੁਰੂ ਦੇ ਦਰਬਾਰ ਵਿੱਚ ਬੈਠਣ ਦਾ ਪ੍ਰਾਪਤ ਹੋਇਆ ਹੈ। ਸਤਿਕਾਰਯੋਗ ਭਾਈ ਸਾਹਿਬ ਆਪਣੇ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਕੀਰਤਨ ਦੇ ਬੋਲ ਬੜੇ ਪਿਆਰ ਸਹਿਤ ਸਾਂਝੇ ਕਰ ਰਹੇ ਸਨ। ਆਪਾਂ ਬੜੇ ਅਦਬ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਕੀਰਤਨ ਨੂੰ ਸੁਣ ਰਹੇ ਸਾਂ ਔਰ ਅਸੀਂ ਹੋ ਸਕਦਾ ਕਿ ਸਮਝਣ ਦਾ ਯਤਨ ਕਰ ਰਹੇ ਹੋਈਏ ਕਿ ਜੋ ਪੜ੍ਹਿਆ ਜਾ ਰਿਹਾ ਹੈ, ਜੋ ਗਾਇਆ ਜਾ ਰਿਹਾ ਹੈ, ਸਤਿਗੁਰੂ ਇਸ ਪਾਵਨ ਬਾਣੀ ਦੇ ਉਪਦੇਸ਼ ਰਾਹੀਂ ਸਾਨੂੰ ਕੀ ਸੁਨੇਹਾ ਦਿੰਦੇ ਆ, ਮਹਾਰਾਜ ਸਾਨੂੰ ਸਮਝਾ ਕੀ ਰਹੇ ਨੇ। ਜੇ ਅਸੀਂ ਸੁਰਤ ਵੱਲ ਥੋੜ੍ਹਾ ਜਿਹਾ ਜ਼ੋਰ ਪਾਇਆ ਹੋਏਗਾ ਤਾਂ ਸਾਨੂੰ ਮਹਾਰਾਜ ਦੇ ਇਹ ਬੋਲ ਸਮਝਣੇ ਔਖੇ ਨਹੀਂ। ਅਸੀਂ ਅੱਜ ਸਤਿਗੁਰੂ ਜੀ ਦੇ ਦਰਬਾਰ 'ਚ ਜਿੱਥੇ ਹਾਜ਼ਰੀਆਂ ਭਰਦੇ ਹਾਂ, ਸਤਿਗੁਰੂ ਜੀ ਦੀ ਬਾਣੀ ਨਾਲ ਮਨ ਬਿਰਤੀਆਂ ਇਕਾਗਰ ਕਰ ਰਹੇ ਹਾਂ, ਉੱਥੇ ਅਸੀਂ ਨਾਲ ਦੀ ਨਾਲ ਆਪ ਜੀ ਦੇ ਧਿਆਨ ਹਿੱਤ ਹੋਏਗਾ ਕਿ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਉਸ ਕੁਰਬਾਨੀਆਂ ਭਰੇ ਇਤਿਹਾਸ ਨੂੰ ਇਹਨਾਂ ਦਿਨਾਂ ਦੇ ਵਿੱਚ ਹਰ ਮਾਈ ਭਾਈ ਯਾਦ ਕਰ ਰਿਹਾ ਹੈ। ਮਨ ਦੇ ਅੰਦਰ ਸਤਿਗੁਰੂ ਦੇ ਉਸ ਇਤਿਹਾਸ ਨੂੰ ਯਾਦ ਕਰਦਿਆਂ ਇੱਕ ਪੀੜ ਮਹਿਸੂਸ ਹਰ ਮਾਈ ਭਾਈ ਕਰ ਰਿਹਾ ਹੈ ਕਿ ਸਾਡੇ ਉਹਨਾਂ ਮਹਾਨ ਗੁਰਸਿੱਖਾਂ ਨੇ, ਸਾਹਿਬਜ਼ਾਦਿਆਂ ਨੇ, ਗੁਰੂ ਸਾਹਿਬ ਜੀ ਨੇ, ਮਾਤਾ ਜੀ ਨੇ ਔਰ ਬੇਅੰਤ ਉਹਨਾਂ ਸਭ ਮਾਈ ਭਾਈ ਨੇ ਇਹਨਾਂ ਰਾਤਾਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ, ਇਸ ਠੰਡ ਵਿੱਚ, ਜ਼ੁਲਮ ਦੇ ਵੱਡੇ ਘੇਰੇ ਦੇ ਵਿੱਚ ਬਹੁਤ ਸਿਦਕ ਨਾਲ ਸਤਿਗੁਰੂ ਜੀ ਦੇ ਕਦਮ ਨਾਲ ਕਦਮ ਮਿਲਾਉਂਦਿਆਂ ਹਰ ਜ਼ੁਲਮ ਆਪਣੇ ਜੀਵਨ ਤੇ, ਆਪਣੇ ਸਰੀਰ ਤੇ ਹੰਢਾ ਲਿਆ, ਲੇਕਿਨ ਕਿਸੇ ਵੀ ਤਰ੍ਹਾਂ, ਕਿਸੇ ਵੀ ਪਾਸਿਓਂ ਭੁੱਖੇ ਰਹੇ, ਧਿਆਏ ਰਹੇ, ਬਹੁਤ ਕੁਝ ਵਾਪਰਦਾ ਰਿਹਾ, ਲੇਕਿਨ ਕਿਸੇ ਵੀ ਪਾਸਿਓਂ, ਕਿਸੇ ਵੀ ਕਿਸਮ ਦਾ ਉਹਨਾਂ ਨੇ ਕੋਈ ਕਮਜ਼ੋਰ ਪੱਖ ਸਾਡੇ ਸਾਹਮਣੇ ਇਤਿਹਾਸ ਵਿੱਚ ਨਹੀਂ ਸਿਰਜਿਆ ਜਿੱਥੇ ਕੋਈ ਇੱਦਾਂ ਉਂਗਲ ਰੱਖ ਕੇ ਕਹਿ ਸਕੇ ਕਿ ਇਸ ਜ਼ੁਲਮ ਵਿੱਚ, ਇਸ ਹਨੇਰੀ ਦੇ ਵਿੱਚ, ਇਹਨਾਂ ਵੱਡੀਆਂ ਮੁਸ਼ਕਲਾਂ ਦੇ ਵਿੱਚ ਆਹ ਸਿੱਖ ਜਾਂ ਆਹ ਪਰਿਵਾਰ ਜਿਹੜੇ ਆ ਉਹ ਸਿੱਖੀ ਨੂੰ ਛੱਡ ਕੇ ਪਾਸੇ ਹੋ ਗਏ। ਕਿਤੇ ਵੀ ਨਹੀਂ ਲੱਭਦਾ ਸਾਨੂੰ। ਜਿੰਨਾ ਵੀ ਇਤਿਹਾਸ ਪੜ੍ਹੋਗੇ ਉਹਨਾਂ ਨੇ ਸਿਰ ਧੜ ਦੀਆਂ ਬਾਜ਼ੀਆਂ ਲਾਉਣੀਆਂ ਤਾਂ ਪ੍ਰਵਾਨ ਕਰ ਲਈਆਂ, ਉਹਨਾਂ ਨੇ ਦਿਨ ਰਾਤ ਭੁੱਖ ਤੇ ਤਾਂ ਕੱਟ ਲਈ, ਉਹਨਾਂ ਨੇ ਡੂੰਘੇ ਫੱਟ ਕਈ ਆਪਣੇ ਸਰੀਰ ਤੇ ਪ੍ਰਵਾਨ ਕਰ ਲਏ, ਪਰ ਰਤਾ ਭਰ ਵੀ ਥੋੜ੍ਹਾ ਜਿਹਾ ਵੀ ਗੁਰੂ ਵੱਲ ਪਿੱਠ ਕਰਕੇ ਜਿਉਣ ਦਾ ਉਹਨਾਂ ਨੇ ਕਦੀ ਸੋਚਿਆ ਵੀ ਨਾ। ਜੂਝਦੇ ਰਹੇ, ਲੜਦੇ ਰਹੇ, ਸ਼ਹੀਦੀਆਂ ਪ੍ਰਾਪਤ ਕਰਦੇ ਰਹੇ, ਪਰ ਕਿਸੇ ਨੇ ਸੀ ਵੀ ਨਾ ਕੀਤੀ, ਕਿਸੇ ਨੇ ਹਾਏ ਵੀ ਨਾ ਆਖਿਆ। ਹੱਸ ਕੇ ਜਿਵੇਂ ਇੱਕ ਚੰਗਾ ਭਲਾ ਬੰਦਾ ਖਾਂਦਾ ਪੀਂਦਾ ਸੌਂਦਾ ਜਾਗਦਾ ਵਧੀਆ ਜ਼ਿੰਦਗੀ ਜਿਉਂਦਾ ਸਹੂਲਤਾਂ ਦੇ ਵਿੱਚ ਬੈਠਾ ਬੰਦਾ ਜਿੱਦਾਂ ਲੱਗਦਾ ਹੈ ਨਾ ਵੀ ਖੁਸ਼ ਹੈ, ਇੱਦਾਂ ਹੀ ਬੜੇ ਆਰਾਮ ਨਾਲ, ਪਿਆਰ ਨਾਲ ਉਹਨਾਂ ਨੇ ਸਾਰੇ ਜ਼ੁਲਮ ਨੂੰ ਝੱਲਿਆ, ਬਰਦਾਸ਼ਤ ਕੀਤਾ। ਜਿਵੇਂ ਸਤਿਗੁਰੂ ਦਾ ਹੁਕਮ ਹੁੰਦਾ ਰਿਹਾ ਉਵੇਂ ਉਹ ਅੱਗੇ ਤੁਰਦੇ ਗਏ। ਅਸੀਂ ਇਸ ਇਤਿਹਾਸ ਵਿੱਚੋਂ ਵੀ ਅੱਜ ਕੁਝ ਸਿੱਖਣ ਦਾ, ਸਮਝਣ ਦਾ ਆਪਾਂ ਸਾਰੇ ਯਤਨ ਕਰਾਂਗੇ। ਨਾਲ ਨਾਲ ਸਤਿਗੁਰੂ ਜੀ ਦੀ ਬਾਣੀ ਤੋਂ ਸੇਧ ਲੈਣ ਦਾ ਯਤਨ ਕਰਾਂਗੇ। ਇੱਕ ਸ਼ਲੋਕ ਮੈਂ ਇਸ ਸਾਰੀ ਵਿਚਾਰ ਦੇ ਆਧਾਰ ਲਈ
ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਤੁਹਾਡੇ ਨਾਲ ਸਾਂਝਾ ਕੀਤਾ ਹੈ। ਆਓ ਅਸੀਂ ਅਗਲੇਰੀਆਂ ਹੋਰ ਵਿਚਾਰਾਂ ਨਾਲ ਸਾਂਝ ਬਣਾਉਣ ਤੋਂ ਪਹਿਲਾਂ ਇੱਕ ਵਾਰੀ ਗੁਰੂ ਦਰਬਾਰ ਦੀ ਮਰਜ਼ਾਦਾ ਨੂੰ ਮੁੱਖ ਰੱਖੀਏ। ਸਭ ਭਾਈ ਮਾਈ ਭਾਈ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਬੋਲ ਬਾਣੀ ਦੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ, ਮਹਾਰਾਜ ਜੀ ਨੇ ਸਾਡੇ ਆਲੇ ਦੁਆਲੇ ਚੋਂ, ਸਾਡੇ ਇਸ ਸਮਾਜ ਵਿੱਚੋਂ ਦੋ ਪੱਖ ਇਸ ਸ਼ਲੋਕ ਦੇ ਰਾਹੀਂ ਸਭ ਤੋਂ ਪਹਿਲਾਂ ਉਹਨਾਂ ਨੇ ਸਾਹਮਣੇ ਰੱਖੇ। ਸੱਚੇ ਪਾਤਸ਼ਾਹ ਆਖਦੇ ਨੇ ਕਿ ਰਾਤ ਹਨੇਰੀ ਹੋਵੇ, ਕਾਲੀ ਹੋਵੇ, ਗੂੜਾ ਹਨੇਰਾ ਹੋਵੇ, ਕੋਈ ਚਾਨਣ ਨਾ ਹੋਵੇ, ਇੰਨੀ ਗੂੜੀ ਕਾਲੀ ਰਾਤ, ਇੰਨੇ ਗੂੜੇ ਹਨੇਰੇ ਦੇ ਵਿੱਚ ਜਿਹੜੀਆਂ ਚਿੱਟੀਆਂ ਚੀਜ਼ਾਂ ਹਨ ਨਾ, ਚਿੱਟੀਆਂ ਚੀਜ਼ਾਂ ਉਹ ਕਾਲੀਆਂ ਨਹੀਂ ਹੁੰਦੀਆਂ। ਹਨੇਰਾ ਰਾਤ ਦਾ ਭਾਵੇਂ ਕਿੰਨਾ ਵੀ ਗੂੜਾ ਹੋਵੇ, ਕਿੰਨਾ ਵੀ ਕਾਲਾ ਹੋਵੇ, ਪਰ ਚਿੱਟੀਆਂ ਚੀਜ਼ਾਂ ਰਾਤ ਦੇ ਹਨੇਰੇ ਦਾ ਪ੍ਰਭਾਵ ਨਹੀਂ ਕਬੂਲਦੀਆਂ, ਉਹ ਚਿੱਟੀਆਂ ਹੀ ਰਹਿੰਦੀਆਂ ਨੇ। ਦੂਜਾ ਪੱਖ ਮਹਾਰਾਜ ਆਖਦੇ ਨੇ ਦਿਨ ਚਿੱਟਾ, ਧੁੱਪ ਪੂਰੀ ਸਿਖਰ ਤੇ ਹੋਵੇ। ਦਿਨ ਚਿੱਟਾ, ਧੁੱਪ ਪੂਰੀ ਸਿਖਰ ਤੇ ਹੋਵੇ। ਚਿੱਟੇ ਦਿਨ ਵਿੱਚ ਦੁਪਹਿਰ ਵੇਲੇ ਜਿਹੜੀਆਂ ਕਾਲੀਆਂ ਚੀਜ਼ਾਂ ਹੈ ਨਾ, ਉਹ ਸੂਰਜ ਦੇ ਚਾਨਣ ਵਿੱਚ ਚਿੱਟੀਆਂ ਨਹੀਂ ਹੁੰਦੀਆਂ, ਉਹ ਕਾਲੀਆਂ ਹੀ ਰਹਿੰਦੀਆਂ ਨੇ। ਰਾਤ ਦੇ ਹਨੇਰੇ ਦਾ ਪ੍ਰਭਾਵ ਚਿੱਟੀਆਂ ਚੀਜ਼ਾਂ ਕਬੂਲ ਨਹੀਂ ਕਰਦੀਆਂ, ਤੇ ਚਿੱਟੇ ਦਿਨ ਦਾ ਪ੍ਰਭਾਵ ਦਿਨ ਵੇਲੇ ਕਾਲੀਆਂ ਚੀਜ਼ਾਂ ਆਪਣੇ ਤੇ ਨਹੀਂ ਪੈਣ ਦਿੰਦੀਆਂ। ਕਾਲੀਆਂ ਚੀਜ਼ਾਂ ਦਿਨ ਵੇਲੇ ਵੀ ਕਾਲੀਆਂ ਰਹਿ ਜਾਂਦੀਆਂ, ਤੇ ਚਿੱਟੀਆਂ ਚੀਜ਼ਾਂ ਰਾਤ ਦੇ ਹਨੇਰੇ 'ਚ ਵੀ ਚਿੱਟੀਆਂ ਰਹਿ ਜਾਂਦੀਆਂ। ਰਾਤੀ ਹੋਵਨ ਕਾਲੀਆਂ, ਸੁਪੇਦਾਂ ਸੇ ਵੰਨ, ਦੇਹ ਬੱਗਾ ਤਪੈ ਘਣਾ, ਕਾਲਿਆਂ ਕਾਲੇ ਵੰਨ। ਅਸੀਂ ਜਦੋਂ ਸਤਿਗੁਰੂ ਜੀ ਦੇ ਇਹਨਾਂ ਬੋਲਾਂ ਨੂੰ ਸਾਹਮਣੇ ਰੱਖਦੇ ਹਾਂ ਤੇ ਉਸ ਇਤਿਹਾਸ ਨੂੰ ਸਾਹਮਣੇ ਰੱਖਦੇ ਹਾਂ, ਤਾਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਰਹਿ ਜਾਂਦੀਆਂ। ਦੁਨੀਆ ਦਾ ਵੈਸੇ ਇਹ ਸੱਚ ਹੈ ਕਿ ਸਮੇਂ ਨਾਲ ਸਹਿਜੇ ਸਹਿਜੇ ਬਹੁਤ ਕੁਝ ਬਦਲ ਜਾਂਦਾ ਹੈ, ਬਹੁਤ ਕੁਝ ਬਦਲ ਜਾਂਦਾ ਹੈ। ਜਿਵੇਂ ਜਿਹੋ ਜਿਹਾ ਕੋਈ ਰਾਜਾ ਹੋਵੇ, ਜਿਹੋ ਜਿਹਾ ਰਾਜ ਭਾਗ ਹੋਵੇ, ਜਿੱਦਾਂ ਦੀ ਉਹਨਾਂ ਕੋਲ ਸ਼ਕਤੀ ਹੈ, ਬਾਕੀ ਲੋਕ ਵੀ ਉਹਦੇ ਮੁਤਾਬਕ ਹੀ ਚੱਲਣਾ ਸ਼ੁਰੂ ਹੋ ਜਾਂਦੇ ਆ। ਜਿੱਦਾਂ ਤਕੜਾ ਬੰਦਾ ਕਰਦਾ ਜਾਂਦਾ ਹੈ, ਮਾੜਾ ਬੰਦਾ ਉਹਦੇ ਨਾਲ ਨਾਲ ਉੱਦਾਂ ਹੀ ਤੁਰਿਆ ਜਾਂਦਾ ਹੈ। ਕੀ ਕਰ ਸਕਦਾ? ਉਹਦੇ ਕੋਲ ਸ਼ਕਤੀ ਨਹੀਂ ਨਾ ਹੈ। ਉਹਦੇ ਕੋਲ ਇੱਕੋ ਹੀ ਰਾਹ ਰਹਿ ਜਾਂਦਾ ਵੀ ਤਕੜੇ ਦੇ ਸਾਹਮਣੇ ਸਿਰ ਨਿਵਾ ਕੇ ਜੋ ਕਰਦਾ ਹੈ, ਜੋ ਕਹਿੰਦਾ ਹੈ, ਉਹ ਕਰਦਾ ਜਾਵੇ, ਉਹ ਮੰਨਦਾ ਜਾਵੇ। ਮਾੜਾ ਬੰਦਾ ਕੋਈ ਹੀਲ ਹੁਜਤ ਨਹੀਂ ਕਰ ਸਕਦਾ। ਜਿਵੇਂ ਅਸੀਂ ਹੋਰ ਮਿਸਾਲ ਲਈਏ, ਜ਼ੋਰ ਨਾਲ ਹਨੇਰੀ ਵਗਦੀ ਹੋਵੇ, ਹਵਾ ਦਾ ਜ਼ੋਰ ਇੰਨਾ ਵੱਧ ਜਾਂਦਾ ਹੈ ਵੀ ਜਿੱਧਰ ਨੂੰ ਹਵਾ ਧੱਕੀ ਜਾਂਦੀ ਹੈ ਨਾ, ਬਹੁਤ ਸਾਰਾ ਕੁਝ ਸਾਡੇ ਆਲੇ ਦੁਆਲੇ ਚੋਂ, ਸਮਾਜ ਵਿੱਚੋਂ ਲਗਾਤਾਰ ਉਹ ਹਵਾ ਦੇ ਦਬਾਅ ਨਾਲ ਅੱਗੇ ਤੋਂ ਅੱਗੇ ਉਹ ਹਵਾ ਵਾਲੀ ਦਿਸ਼ਾ ਵਿੱਚ ਹੀ ਤੁਰਿਆ ਜਾਂਦਾ ਹੈ, ਉਹ ਰੁਕਦਾ ਨਹੀਂ। ਜਿਵੇਂ ਹੌਲੀਆਂ ਚੀਜ਼ਾਂ ਜਿਹੜੀਆਂ ਨਾ, ਹੌਲੀਆਂ ਚੀਜ਼ਾਂ ਉਹ ਥੋੜ੍ਹੀ ਜਿਹੀ ਹਵਾ ਨਾਲ ਵੀ ਜਿੱਧਰ ਨੂੰ ਹਵਾ ਵਗਦੀ ਹੈ ਨਾ, ਨਾਲ ਨਾਲ ਤੁਰਨੀਆਂ, ਉੱਡਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਮੈਂ ਬੇਨਤੀ ਕਰ ਰਿਹਾ ਕਿ ਸਮਾਜ ਦਾ ਬਹੁਤ ਸਾਰਾ ਪੱਖ ਹੈ ਜਿਹੜਾ ਸਮੇਂ ਨਾਲ, ਹਾਲਾਤਾਂ ਨਾਲ ਲਗਾਤਾਰ ਬਦਲਦਾ ਰਹਿੰਦਾ ਹੈ, ਅੱਗੇ ਤੋਂ ਅੱਗੇ ਤੁਰਦਾ ਰਹਿੰਦਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਇੱਕ ਪੱਖ ਸਾਡੇ ਸਾਹਮਣੇ ਬਹੁਤ ਮਜ਼ਬੂਤੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖਿਆ। ਸਾਰਾ ਕੁਝ ਬਦਲ ਜਾਂਦਾ ਹੈ, ਸਮੇਂ ਨਾਲ ਹਰ ਚੀਜ਼ ਬਦਲ ਜਾਂਦੀ ਹੈ। ਬੱਚਾ ਸੀ, ਜਵਾਨ ਹੋਇਆ, ਜਵਾਨ ਤੇ ਬੁੱਢਾ ਹੋ ਗਿਆ, ਬਦਲ ਜਾਂਦੀ ਹੈ ਚੀਜ਼, ਹਾਲਾਤ ਬਦਲ ਜਾਂਦੇ ਆ। ਘਰਾਂ ਦੇ ਵਿੱਚ ਵਰਤੋਂ ਵਿਹਾਰ ਦੇ ਢੰਗ ਤਰੀਕੇ ਬਦਲ ਜਾਂਦੇ ਆ। ਸਮਾਜ ਦਾ ਵੇਖੋ ਤੌਰ ਤਰੀਕਾ ਬਦਲਦਾ ਬਦਲਦਾ ਅੱਜ ਕਿੱਥੇ ਤੱਕ ਬਦਲ ਗਿਆ। ਕਦੀ ਉਹ ਸਮਾਂ ਸੀ ਜਦੋਂ ਲੋਕ ਤੁਰ ਕੇ ਪੈਦਲ ਸਫ਼ਰ ਕਰਦੇ ਸੀ,
ਫਿਰ ਘੋੜੀਆਂ ਗੱਡਿਆਂ ਦੇ ਉੱਤੇ ਆ ਕੇ ਸਫ਼ਰ ਕਰਨਾ ਸ਼ੁਰੂ ਕੀਤਾ। ਔਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਨਾਲ ਨਾਲ ਹੀ ਸਾਰਾ ਸਮਾਜ ਤੇ ਲੋਕ ਬਦਲਦੇ ਗਏ, ਰਹਿਣ ਸਹਿਣ ਲਗਾਤਾਰ ਬਦਲਦਾ ਗਿਆ, ਬੋਲ ਚਾਲ ਬਦਲਦਾ ਗਿਆ, ਹਰ ਚੀਜ਼ ਬਦਲਦੀ ਗਈ। ਪਰ ਸਤਿਗੁਰੂ ਜੀ ਦੀ ਬਾਣੀ ਨੇ ਇੱਕ ਪੱਖ ਬਹੁਤ ਸੋਹਣਾ ਰੱਖਿਆ, ਹਰ ਚੀਜ਼ ਬਦਲ ਜਾਂਦੀ ਹੈ, ਹਰ ਚੀਜ਼ ਇੱਧਰ ਉੱਧਰ ਹੋ ਜਾਂਦੀ ਹੈ, ਪਰ ਇੱਕ ਗੱਲ ਦਾ ਧਿਆਨ ਰੱਖਿਓ, ਗੁਰੂ ਕਦੇ ਵੀ ਨਹੀਂ ਬਦਲਦਾ। ਗੁਰੂ ਨਹੀਂ ਬਦਲਦਾ। ਸਮੇਂ ਦੇ ਲਿਹਾਜ਼ ਨਾਲ ਝੂਠੇ ਸੱਚੇ, ਸੱਚੇ ਝੂਠੇ, ਅਮੀਰ ਗਰੀਬ, ਗਰੀਬ ਅਮੀਰ, ਹਰ ਚੀਜ਼ ਵਾਧ ਘਾਟ ਦੇ ਵਿੱਚ ਲਗਾਤਾਰ ਹੈ। ਕੁਛ ਵੱਧ ਗਿਆ, ਕੁਛ ਘਟ ਗਿਆ, ਇੱਕ ਪਾਸੇ ਚੰਗਾ ਹੋ ਰਿਹਾ, ਇੱਕ ਪਾਸੇ ਮਾੜਾ ਹੋ ਰਿਹਾ, ਇੱਕ ਪਾਸੇ ਗਲਤ ਹੈ, ਇੱਕ ਪਾਸੇ ਠੀਕ ਵੀ ਹੈ, ਜੇ ਦਿਨ ਹੈ ਤੇ ਰਾਤ ਵੀ ਹੈ, ਹਰ ਚੀਜ਼ ਬਦਲਦੀ ਹੈ। ਪਰ ਸਤਿਗੁਰੂ ਆਖਦੇ ਨੇ ਗੁਰੂ ਨਹੀਂ ਬਦਲਦਾ। ਗੁਰੂ ਸਮੇਂ ਨੂੰ ਵੇਖ ਕੇ, ਹਾਲਾਤਾਂ ਨੂੰ ਵੇਖ ਕੇ ਕਦੇ ਨਹੀਂ ਬਦਲਦਾ। ਗੁਰੂ ਇੱਕੋ ਜਿਹਾ ਰਹਿੰਦਾ। ਔਰ ਆਪ ਜੀ ਨੂੰ ਇਹ ਬੋਲਤਾਂ ਸਾਰਿਆਂ ਨੂੰ ਹੀ ਯਾਦ ਹੋਣਗੇ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਹ ਇੱਕੋ ਜਿਹੇ ਵੇਸ ਵਿੱਚ ਰਹਿੰਦਾ, ਉਹਦੇ 'ਚ ਕਦੇ ਤਬਦੀਲੀ ਆਉਂਦੀ ਨਹੀਂ। ਇੱਕ ਬੋਲ ਹੋਰ ਆਪ ਜੀ ਨੂੰ ਯਾਦ ਹੋਏਗਾ, ਸਾਹਿਬ ਮੇਰਾ ਨੀਤ ਨਵਾਂ। ਉਹ ਹਰ ਵੇਲੇ ਨਵਾਂ ਹੈ। ਨਵੇਂ ਦਾ ਮਤਲਬ ਜਿਹਦੇ 'ਚ ਕੋਈ ਤਬਦੀਲੀ ਨਹੀਂ ਆਉਂਦੀ, ਜਿਹਦੇ 'ਚ ਕੋਈ ਫਰਕ ਨਹੀਂ ਪੈਂਦਾ। ਉਹ ਜਿੱਦਾਂ ਦਾ ਸ਼ੁਰੂਆਤ ਵੇਲੇ ਸੀ ਉਦਾਂ ਦਾ ਹੀ ਅੱਜ ਵੀ ਹੈ। ਜਿੱਦਾਂ ਦਾ ਉਹ ਸ਼ੁਰੂਆਤ ਵਿੱਚ ਸੀਗਾ, ਇਦਾਂ ਦਾ ਹੀ ਉਹ ਅੱਗੋਂ ਵੀ ਹੋਏਗਾ, ਉਹਦੇ 'ਚ ਫਰਕ ਨਹੀਂ ਹੋਏਗਾ। ਤਾਂ ਮੈਂ ਬੇਨਤੀ ਜਿਹੜੀ ਕਰ ਰਿਹਾ ਸਾਂ, ਸਮੇਂ ਨਾਲ, ਹਾਲਾਤਾਂ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ। ਜਿਵੇਂ ਹਵਾ ਦੇ ਅੱਗੇ ਹੌਲੀਆਂ ਚੀਜ਼ਾਂ ਉੱਡਦੀਆਂ, ਹਵਾ ਤੇਜ਼ ਹੋ ਜਾਏ, ਜ਼ੋਰ ਵਾਲੀ ਹੋ ਜਾਏ ਤੇ ਵੱਡੀਆਂ ਚੀਜ਼ਾਂ ਵੀ ਹਿਲਣੀਆਂ ਸ਼ੁਰੂ ਹੋ ਜਾਂਦੀਆਂ, ਵੱਡੇ ਰੁੱਖ ਡਿੱਗਣੇ ਸ਼ੁਰੂ ਹੋ ਜਾਂਦੇ ਆ, ਛੱਤਾਂ ਕੰਧਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਸਮੇਂ ਨਾਲ, ਹਾਲਾਤ ਨਾਲ ਹਰ ਚੀਜ਼ ਜਿਹੜੀ ਆ ਉਹ ਢਹਿੰਦੀ ਆ, ਬਦਲਦੀ ਆ, ਅੱਗੇ ਤੁਰ ਪੈਂਦੀ ਆ। ਪਰ ਸਤਿਗੁਰੂ ਨਹੀਂ ਬਦਲਦਾ। ਗੁਰੂ ਦੇ ਸੁਭਾਅ 'ਚ ਕੋਈ ਫਰਕ ਨਹੀਂ ਪੈਂਦਾ। ਜੇ ਸਮਾਂ ਤਖਤਾਂ ਤਾਜਾਂ ਤੇ ਬੈਠਣ ਵੇਲੇ ਸੀ, ਸ੍ਰੀ ਅਨੰਦਪੁਰ ਸਾਹਿਬ ਦਾ ਸਮਾਂ ਸੀ, ਤਾਂ ਗੁਰੂ ਓਦਣ ਵੀ ਇੰਨਾ ਹੀ ਦਿਆਲੂ ਸੀ। ਗੁਰੂ ਓਦਣ ਵੀ ਇਸੇ ਤਰੀਕੇ ਨਾਲ ਹੀ ਸਮਾਜ ਨੂੰ ਪਿਆਰ ਕਰ ਰਿਹਾ ਸੀ। ਤੇ ਜੇ ਉਹ ਸਮਾਂ ਆਇਆ ਕਿ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ